Starting with the introduction part, kinetic theory explain ਕੀ ਕਰਦੀ ਹੈ? ਬੇਸਿਕਲੀ kinetic theory explain ਕਰਦੀ ਹੈ ਬਿਹੇਵੀਅਰ ਆਫ ਗੈਸਸ ਨੂੰ। ਇਹ ਮੰਨਿਆ ਜਾਂਦਾ ਹੈ ਇਹਦੇ ਵਿੱਚ ਕਿ ਜਿਹੜੇ ਗੈਸਸ ਹੁੰਦੀਆਂ ਉਹਦੇ ਵਿੱਚ ਜਿਹੜੇ ਐਟਮਸ ਤੇ ਮੋਲੀਕਿਊਲਸ ਹੁੰਦੇ ਆ ਦੇ ਆਰ ਆਲਵੇਜ਼ ਰੈਪਿਡਲੀ ਮੂਵਿੰਗ, ਦੇ ਆਰ ਮੂਵਿੰਗ ਹੇਅਰ ਐਂਡ ਦੇਅਰ। ਐਂਡ ਸੈਕਿੰਡ ਗੱਲ ਇਹ ਹੁੰਦੀ ਹੈ ਕਿ ਕਿਨੈਟਿਕ ਥਿਊਰੀ ਤਿੰਨੋਂ ਲॉज ਦੇ ਨਾਲ ਵੀ ਕੰਸਿਸਟੈਂਟ ਹੁੰਦੀ ਹੈ। ਤਿੰਨ ਲॉज ਜਿਹੜੇ ਆਪਣੇ ਗੈਸਸ ਦੇ ਹੈਗੇ ਹੈ, ਬੋਇਲਸ ਲਾਅ, ਚਾਰਲਸ ਲਾਅ ਐਂਡ ਗੇ-ਲੁਸਾਕਸ ਲਾਅ, ਇਹਨਾਂ ਨਾਲ ਕੰਸਿਸਟੈਂਟ ਹੁੰਦੀ ਹੈ। ਅਤੇ ਜਿਹੜੀ ਗੈਸ ਤਿੰਨੋਂ ਦੇ ਤਿੰਨੋਂ ਲॉज ਨੂੰ ਓਬੇ ਕਰੇ ਉਹਨੂੰ ਆਪਾਂ ਆਈਡੀਅਲ ਗੈਸ ਕਹਿੰਦੇ ਹਾਂ ਜਾਂ ਫਿਰ ਪਰਫੈਕਟ ਗੈਸ ਕਿਹਾ ਜਾਂਦਾ ਉਹਨੂੰ। ਕਿਨੈਟਿਕ ਥਿਊਰੀ ਆਫ ਗੈਸਸ ਨੂੰ ਐਕਸਪਲੇਨ ਕਰਨ ਲਈ ਕੁਝ ਅਜ਼ੰਪਸ਼ਨਸ ਹੈ ਜੋ ਕਿ ਆਪਾਂ ਡਿਸਕਸ ਕਰਾਂਗੇ ਇਹਦੇ ਵਿੱਚ ਹੁਣ ਕਿ ਕਿਹੜੀ ਆਪਾਂ ਅਜ਼ੰਪਸ਼ਨਸ ਫੋਲੋ ਕਰਦੇ ਹਾਂ। ਜਿਵੇਂ ਕਿ ਜਿਹੜੀ ਪਹਿਲੀ ਅਜ਼ੰਪਸ਼ਨ ਹੈਗੀ ਹੈ ਕਿ ਆਲ ਗੈਸਸ ਆਰ ਮੇਡ ਅਪ ਆਫ ਆਈਡੈਂਟੀਕਲ ਐਟਮਸ ਔਰ ਮੋਲੀਕਿਊਲਸ। ਜਿੰਨੀ ਵੀ ਗੈਸਸ ਹੁੰਦੀ ਹੈ ਉਹ ਇੱਕੋ ਤਰ੍ਹਾਂ ਦੇ ਐਟਮਸ ਨਾਲ ਅਤੇ ਮੋਲੀਕਿਊਲਸ ਨਾਲ ਬਣੀ ਹੁੰਦੀ ਹੈ। ਜਿਵੇਂ ਕਿ ਆਪਾਂ ਨਾਈਟ੍ਰੋਜਨ ਗੈਸ ਲੈ ਲਈਏ, ਨਾਈਟ੍ਰੋਜਨ ਗੈਸ ਦੇ ਜਿੰਨੇ ਵੀ ਐਟਮਸ ਹੋਣਗੇ ਜਾਂ ਫਿਰ ਮੋਲੀਕਿਊਲਸ ਹੋਣਗੇ ਉਹ ਸਾਰੇ ਸਿਮਿਲਰ ਹੋਣਗੇ ਇੱਕ ਦੂਜੇ ਦੇ ਨਾਲ। ਇਵੇਂ ਹੀ ਆਕਸੀਜਨ ਦੇ ਮੋਲੀਕਿਊਲਸ ਹੋਣਗੇ ਉਹ ਵੀ ਇੱਕ ਦੂਜੇ ਦੇ ਨਾਲ ਬਿਲਕੁਲ ਸਿਮਿਲਰ ਹੋਣਗੇ। ਸੈਕਿੰਡ ਪੁਆਇੰਟ ਇਹ ਆਉਂਦਾ ਕਿ ਜਿਹੜੇ ਐਟਮਸ ਹੁੰਦੇ ਹੈ ਦੇ ਆਰ ਮੂਵਿੰਗ ਰੈਂਡਮਲੀ, ਉਹ ਰੈਂਡਮ ਮੋਸ਼ਨ ਕਰਦੇ ਹੈ। ਥਰਡ ਅਜ਼ੰਪਸ਼ਨ ਆਪਾਂ ਇਹ ਮੰਨ ਕੇ ਚੱਲਦੇ ਹਾਂ ਕਿ ਜੋ ਵੋਲੀਅਮ ਹੁੰਦਾ ਐਟਮਸ ਦਾ ਜਾਂ ਫਿਰ ਮੋਲੀਕਿਊਲਸ ਦਾ ਉਹ ਬਹੁਤ ਹੀ ਜ਼ਿਆਦਾ ਸਮੋਲ ਹੁੰਦਾ ਐਜ਼ ਕੰਪੇਅਰ ਟੂ ਦ ਵੋਲੀਅਮ ਆਕਿਊਪਾਈਡ ਬਾਈ ਦ ਗੈਸ। ਗੈਸ ਦਾ ਵੋਲੀਅਮ ਬਹੁਤ ਜ਼ਿਆਦਾ ਹੈ ਬਟ ਉਹਦੇ ਕੰਪੈਰੇਟਿਵਲੀ ਅਸੀਂ ਦੇਖੀਏ ਵੋਲੀਅਮ ਐਟਮਸ ਦਾ ਬਹੁਤ ਹੀ ਜ਼ਿਆਦਾ ਸਮੋਲ ਹੁੰਦਾ ਅਤੇ ਇਸੇ ਕਰਕੇ ਆਪਾਂ ਉਹਨੂੰ ਨੈਗਲੀਜੀਬਲ ਵੀ ਲੈਂਦੇ ਹਾਂ। ਆਪਾਂ ਉਹਨੂੰ ਕੰਸੀਡਰ ਨਹੀਂ ਕਰਦੇ ਬਿਕੋਜ਼ ਇਟ ਇਜ਼ ਵੈਰੀ ਸਮੋਲ ਐਜ਼ ਕੰਪੇਅਰ ਟੂ ਦ ਵੋਲੀਅਮ ਆਕਿਊਪਾਈਡ ਬਾਈ ਦ ਗੈਸ। ਫੋਰਥ ਪੁਆਇੰਟ ਆਉਂਦਾ ਹੈ ਕਿ ਜਿਹੜੀ ਫੋਰਸਿਸ ਹੁੰਦੀਆਂ ਐਟਮਸ ਜਾਂ ਮੋਲੀਕਿਊਲਸ ਦੇ ਵਿੱਚ ਐਗਜ਼ਿਸਟ ਕਰਦੀਆਂ ਉਹ ਆਪਾਂ ਕੰਸੀਡਰ ਨਹੀਂ ਕਰਦੇ, ਉਹ ਨੈਗਲੀਜੀਬਲ ਲੈਂਦੇ ਆ। ਕਦੋਂ ਕੰਸੀਡਰ ਕਰਦੇ ਆ? ਸਿਰਫ ਉਸੇ ਟਾਈਮ ਜਦੋਂ ਕੋਲੀਜਨਸ ਹੁੰਦੀਆਂ, ਜਦੋਂ ਐਟਮਸ ਇੱਕ ਦੂਸਰੇ ਦੇ ਨਾਲ ਕੋਲਾਈਡ ਕਰ ਰਹੇ ਹੈ ਜਾਂ ਫਿਰ ਵਾਲਸ ਦੇ ਨਾਲ ਕੋਲਾਈਡ ਕਰ ਰਹੇ ਹੈ, ਉਸੇ ਟਾਈਮ 'ਤੇ ਮੋਲੀਕਿਊਲ ਇੰਟਰਮੋਲੀਕੂਲਰ ਫੋਰਸਿਸ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਕੰਸੀਡਰ ਕੀਤਾ ਜਾਂਦਾ। ਫਿਫਥ ਪੁਆਇੰਟ ਆਉਂਦਾ ਹੈ ਕਿ ਜਿਹੜੀਆਂ ਕੋਲੀਜਨਸ ਹੋ ਰਹੀਆਂ ਐਟਮਸ ਦੇ ਵਿੱਚ ਜਾਂ ਫਿਰ ਮੋਲੀਕਿਊਲਸ ਦੇ ਵਿੱਚ ਉਹ ਹਮੇਸ਼ਾ ਇਲਾਸਟਿਕ ਲਈ ਜਾਂਦੀਆਂ। ਇਲਾਸਟਿਕ ਦਾ ਮਤਲਬ ਜਿਹਦੇ ਵਿੱਚ ਕੰਜ਼ਰਵੇਸ਼ਨ ਲਾਜ਼ ਓਬੇ ਕੀਤੇ ਜਾਂਦੇ ਹੈ, ਇਲਾਸਟਿਕ ਕੋਲੀਜਨਸ ਆਪਾਂ ਲੈ ਕੇ ਚੱਲਦੇ ਹਾਂ। ਫਿਰ ਸਾਡੇ ਕੋਲ ਨੈਕਸਟ ਪੁਆਇੰਟ ਆਉਂਦਾ ਹੈ ਕਿ ਜੋ ਇਹ ਕੋਲੀਜਨ ਦਾ ਟਾਈਮ ਹੁੰਦਾ ਉਹ ਬਹੁਤ ਹੀ ਜ਼ਿਆਦਾ ਸਮੋਲ ਹੁੰਦਾ। ਉਹ ਸਮੋਲ ਹੁੰਦਾ ਇਸੇ ਕਰਕੇ ਨੈਗਲੀਜੀਬਲ ਲਿੱਤਾ ਜਾਂਦਾ ਕਿ ਆਪਾਂ ਉਹ ਡਿਊਰੇਸ਼ਨ ਕੰਸੀਡਰ ਨਹੀਂ ਕਰਦੇ ਹਾਂ। ਦ ਟਾਈਮ ਬਿਟਵੀਨ ਦ ਕੋਲੀਜਨ ਦੇ ਆਰ ਟੇਕਨ ਐਜ਼ ਨੈਗਲੀਜੀਬਲ। ਲਾਸਟ ਪੁਆਇੰਟ ਸਾਡੇ ਕੋਲ ਆਉਂਦਾ ਹੈ ਕਿ ਜੋ ਕੋਲੀਜਨਸ ਹੋ ਰਹੀ ਹੈ ਇਹਦੇ ਵਿੱਚ ਜਿਹੜੇ ਐਟਮਸ ਹੁੰਦੇ ਹੈ ਦੇ ਆਰ ਆਲਵੇਜ਼ ਮੂਵ ਵਿਦ ਦ ਕੌਨਸਟੈਂਟ ਸਪੀਡ। ਇੱਕ ਕੌਨਸਟੈਂਟ ਸਪੀਡ ਰਹਿੰਦੀ ਹੈ, ਇਹਨਾਂ ਦੀ ਸਪੀਡ ਸੇਮ ਰਹਿੰਦੀ ਹੈ ਅਤੇ ਗ੍ਰੈਵਿਟੀ ਦਾ ਇਹਨਾਂ ਉੱਤੇ ਕੋਈ ਇਫੈਕਟ ਨਹੀਂ ਹੁੰਦਾ। ਸੋ ਇਹ ਆਪਣੀ ਅਜ਼ੰਪਸ਼ਨਸ ਹੈਗੀਆਂ ਜੋ ਆਪਾਂ ਕਿਨੈਟਿਕ ਥਿਊਰੀ 'ਚ ਫੋਲੋ ਕਰਦੇ ਹਾਂ। ਹੁਣ ਆਪਣੇ ਕੋਲ ਟੌਪਿਕ ਆਉਂਦਾ ਹੈ ਫੋਰਸ ਐਗਜ਼ਰਟਿਡ ਬਾਈ ਐਨ ਆਈਡੀਅਲ ਗੈਸ। ਆਪਾਂ ਪਹਿਲਾਂ ਫੋਰਸ ਫਾਈਂਡ ਕਰਾਂਗੇ ਦੈਨ ਵੀ ਵਿਲ ਮੂਵ ਟੂ ਦ ਪ੍ਰੈਸ਼ਰ। ਇਸ ਟੌਪਿਕ ਦੇ ਵਿੱਚ ਆਪਾਂ ਸਟਾਰਟ ਕਰਨਾ ਹੈ ਕਿ ਕੰਸੀਡਰ ਕਰਾਂਗੇ ਇੱਕ ਆਈਡੀਅਲ ਗੈਸ। ਆਈਡੀਅਲ ਗੈਸ ਨੂੰ ਕੰਸੀਡਰ ਕਰਾਂਗੇ ਇੱਕ ਕਿਊਬਿਕਲ ਕੰਟੇਨਰ ਦੇ ਵਿੱਚ। ਤੁਹਾਡੇ ਸਾਹਮਣੇ ਫਿਗਰ ਬਣੀ ਹੋਏਗੀ ਇੱਕ ਕਿਊਬਿਕਲ ਕੰਟੇਨਰ ਦੀ, ਜਿਹਦੇ ਵਿੱਚ ਆਪਾਂ ਇੱਕ ਗੈਸ ਕੰਸੀਡਰ ਕੀਤੀ ਹੋਈ ਹੈ ਜੋ ਕਿ ਆਈਡੀਅਲ ਗੈਸ ਹੈ ਅਤੇ ਉਹਦੇ n ਨੰਬਰ ਆਫ ਮੋਲੀਕਿਊਲਸ ਹੈ। ਕੈਪੀਟਲ N ਆਪਾਂ ਨੰਬਰ ਆਫ ਮੋਲੀਕਿਊਲਸ ਐਜ਼ਿਊਮ ਕੀਤੇ ਹੈ ਅਤੇ ਜਿਹੜੀ ਇਸ ਕਿਊਬਿਕਲ ਕੰਟੇਨਰ ਦੀ ਸਾਈਡਸ ਲਿੱਤੀਆਂ ਦੈਟ ਇਜ਼ ਡਿਨੋਟਡ ਬਾਏ ਸਮਾਲ ਡੀ। ਸਮਾਲ ਡੀ ਦੇ ਨਾਲ ਉਹਨੂੰ ਆਪਾਂ ਡਿਨੋਟ ਕੀਤਾ ਹੋਇਆ। ਨੈਕਸਟ ਆਪਾਂ ਇੱਕ ਇਹ ਐਜ਼ਿਊਮ ਕਰਾਂਗੇ ਕਿ ਹਰ ਇੱਕ ਮੋਲੀਕਿਊਲ ਜਿਹੜਾ ਗੈਸ ਦਾ ਹੈਗਾ ਉਹਦਾ ਮਾਸ m ਹੈ, ਵੈਲੋਸਿਟੀ ਉਹਦੀ v ਹੈ। ਅਗਰ ਵੈਲੋਸਿਟੀ ਆਪਾਂ v ਲੈ ਰਹੇ ਹਾਂ ਅਤੇ v ਨੂੰ ਆਪਾਂ ਰਿਜ਼ੋਲਵ ਕਰ ਸਕਦੇ ਹਾਂ ਕੰਪੋਨੈਂਟਸ ਦੇ ਵਿੱਚ। vx, vy ਅਤੇ vz ਕੰਪੋਨੈਂਟਸ 'ਚ ਆਪਾਂ ਉਹਨੂੰ ਰਿਜ਼ੋਲਵ ਕਰ ਸਕਦੇ ਹਾਂ। x ਡਾਇਰੈਕਸ਼ਨ ਦੇ ਵਿੱਚ ਵੈਲੋਸਿਟੀ vx ਹੋ ਜਾਏਗੀ, y ਦੇ ਵਿੱਚ vy ਹੋ ਜਾਏਗੀ ਅਤੇ z ਦੇ ਵਿੱਚ vz ਹੋ ਜਾਏਗੀ। ਇਸ ਤੋਂ ਬਾਅਦ ਆਪਾਂ ਕੰਸੀਡਰ ਕਰਨਾ ਕਿ ਆਪਣੇ ਕੋਲ ਦੋ ਵਾਲਸ ਹੈ ਕੰਟੇਨਰ ਦੀ, ਇੱਕ ਹੈਗੀ ਹੈ ਵਾਲ A, ਇੱਕ ਹੈਗੀ ਹੈ ਵਾਲ B, ਦੋਨੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੈ। ਇਹਨੂੰ ਸੈਕਿੰਡ ਫਿਗਰ 'ਚ ਆਪਾਂ ਇੱਥੇ ਸ਼ੋਅ ਵੀ ਕੀਤਾ ਹੋਇਆ ਹੈ। ਸਪੋਜ਼ ਕਰਨਾ ਆਪਾਂ ਇੱਕੋ ਮੋਲੀਕਿਊਲ ਕੰਸੀਡਰ ਕਰਦੇ ਹਾਂ। ਉਹ ਮੋਲੀਕਿਊਲ ਸਭ ਤੋਂ ਪਹਿਲਾਂ ਵਾਲ A 'ਤੇ ਜਾ ਕੇ ਸਟਰਾਈਕ ਕਰ ਰਿਹਾ, ਕੋਲਾਈਡ ਕਰ ਰਿਹਾ। ਉਸ ਤੋਂ ਬਾਅਦ ਕੋਲਾਈਡ ਕਰਨ ਤੋਂ ਬਾਅਦ ਉਹ ਓਬਵੀਅਸਲੀ ਉਹ ਵਾਪਸ ਆਏਗਾ ਵਾਲ B ਦੇ ਵੱਲ।
ਸੋ ਜਦੋਂ ਉਹ ਵੋਲ ਏ ਦੇ ਵੱਲ ਜਾਏਗਾ ਉਸ ਟਾਈਮ ਤੇ ਉਹਦੀ ਸਪੋਜ਼ ਅਗਰ ਵੈਲੋਸਿਟੀ ਹੈਗੀ ਹੈ vx, ਤੇ ਜਦੋਂ ਉਹ ਵਾਪਸ ਆਏਗਾ ਵੋਲ ਬੀ ਦੀ ਤਰਫ ਤੇ ਉਹਦੀ ਵੈਲੋਸਿਟੀ ਹੋ ਜਾਏਗੀ ਮਾਈਨਸ ਆਫ vx। ਹੁਣ ਸਾਡੇ ਕੋਲ ਦੋ ਵੈਲੋਸਿਟੀਜ਼ ਹੈਗੀਆਂ, ਇੱਕ ਹੈਗੀ ਹੈ ਜਦੋਂ ਉਹ ਰਾਈਟ ਸਾਈਡ ਤੇ ਜਾ ਰਿਹਾ ਸੀ ਵੋਲ ਏ ਦੇ ਕੰਨੀ, ਤਦ ਉਹਦੀ ਵੈਲੋਸਿਟੀ ਸੀਗੀ vx, ਤੇ ਜਦੋਂ ਵਾਪਸ ਆ ਰਿਹਾ ਸੀ ਉਹਦੀ ਵੈਲੋਸਿਟੀ ਸੀ ਮਾਈਨਸ vx। ਤਾਂ ਓਬਵੀਅਸਲੀ ਇੱਥੇ ਇੱਕ ਚੇਂਜ ਇਨ ਮੋਮੈਂਟਮ ਹੋਏਗਾ, ਤੇ ਜਿਹੜਾ ਚੇਂਜ ਇਨ ਮੋਮੈਂਟਮ ਹੋਏਗਾ ਦੈਟ ਵਿਲ ਬੀ ਫਾਈਨਲ ਮੋਮੈਂਟਮ ਮਾਈਨਸ ਇਨੀਸ਼ੀਅਲ ਮੋਮੈਂਟਮ। ਫਾਈਨਲ ਦੇ ਵਿੱਚ ਆਪਣੇ ਕੋਲ ਵੈਲੋਸਿਟੀ ਦੇ ਨਾਲ ਨੈਗੇਟਿਵ ਸਾਈਨ ਲੱਗੇ ਹੀ ਹੋਇਆ ਸੀ, ਤੇ ਉਸ ਕਰਕੇ ਆਪਣੇ ਕੋਲ ਜਿਹੜਾ ਚੇਂਜ ਇਨ ਮੋਮੈਂਟਮ ਹੈ ਉਹ ਆ ਜਾਏਗਾ ਮਾਈਨਸ 2mvx। ਨੈਕਸਟ ਆਪਾਂ ਦੇਖਾਂਗੇ ਕਿ ਟਾਈਮ ਕਿੰਨਾ ਲੱਗਿਆ ਉਹਨੂੰ ਇਹ ਡਿਸਟੈਂਸ ਟਰੈਵਲ ਕਰਨ ਨੂੰ। ਇੱਕ ਵਾਰੀ ਉਹ ਰਾਈਟ ਸਾਈਡ ਤੇ ਗਿਆ, ਫਿਰ ਉਹ ਦੁਬਾਰਾ ਲੈਫਟ ਸਾਈਡ ਤੇ ਆਇਆ। ਇਹਦਾ ਮਤਲਬ ਉਹਨੇ ਜਿਹੜਾ ਡਿਸਟੈਂਸ ਕਵਰ ਕੀਤਾ ਹੈ ਦੈਟ ਇਜ਼ 2d, ਉਹਨੇ 2d ਡਿਸਟੈਂਸ ਕਵਰ ਕੀਤਾ। ਤੇ ਵੈਲੋਸਿਟੀ ਕਿੰਨੀ ਰਹੀ ਸੀ ਉਹਦੀ, ਬਿਕੋਜ਼ ਉਹ ਐਕਸ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਸੀ, ਉਹਦੀ ਵੈਲੋਸਿਟੀ ਰਹੀ ਸੀ vx। ਸੋ ਟਾਈਮ ਹੋ ਜਾਏਗਾ ਡਿਸਟੈਂਸ ਓਵਰ ਵੈਲੋਸਿਟੀ ਵਿਚ ਇਜ਼ 2d ਬਾਈ vx। ਹੁਣ ਸਾਡੇ ਕੋਲ ਚੇਂਜ ਇਨ ਮੋਮੈਂਟਮ ਹੈਗਾ ਵਾ ਤੇ ਟਾਈਮ ਇੰਟਰਵਲ ਹੈ। ਆਪਾਂ ਕੀ ਕੱਢ ਸਕਦੇ ਹਾਂ, ਆਪਾਂ ਫੋਰਸ ਕੱਢ ਸਕਦੇ ਹਾਂ। ਆਪਾਂ ਫੋਰਸ ਕੱਢਾਂਗੇ ਚੇਂਜ ਇਨ ਮੋਮੈਂਟਮ ਬਾਏ ਟਾਈਮ। ਟਾਈਮ ਰੇਟ ਆਫ ਚੇਂਜ ਇਨ ਮੋਮੈਂਟਮ ਹੁੰਦਾ ਹੈ ਜੋ ਕਿ ਨਿਊਟਨ ਸੈਕਿੰਡ ਲਾਅ ਹੈਗਾ ਆਪਣਾ, ਉਹ ਅਪਲਾਈ ਕਰਾਂਗੇ। ਚੇਂਜ ਇਨ ਮੋਮੈਂਟਮ ਡਿਵਾਈਡਡ ਬਾਏ ਟਾਈਮ ਇੰਟਰਵਲ, ਦੋਨਾਂ ਦੀ ਵੈਲਿਊਜ਼ ਪੁੱਟ ਕਰਾਂਗੇ ਤੇ ਸਾਡੇ ਕੋਲ ਜਿਹੜੀ ਫੋਰਸ ਦੀ ਵੈਲਿਊ ਆਏਗੀ ਦੈਟ ਵਿਲ ਬੀ mvx² ਓਵਰ d। ਅਗਰ ਆਪਣੇ ਕੋਲ n ਨੰਬਰ ਆਫ ਮੋਲੀਕਿਊਲਸ ਹੈ, ਬਿਕੋਜ਼ ਉਹ ਆਇਡੈਂਟੀਕਲ ਹੈਗੇ ਹੈ ਤੇ ਸਭ ਤੇ ਫੋਰਸ ਇੰਨੀ ਹੀ ਲੱਗੇਗੀ, ਤੇ ਆਪਾਂ ਕੀ ਕਰਾਂਗੇ ਸਾਰੀ ਫੋਰਸਿਸ ਨੂੰ ਐਡ ਕਰ ਲਾਂਗੇ mvx1² ਓਵਰ d। ਇਹ ਪਹਿਲੇ ਮੋਲੀਕਿਊਲ ਦੀ ਵੈਲੋਸਿਟੀ ਆ ਜਾਏਗੀ, ਇਹ ਦੂਸਰੇ ਮੋਲੀਕਿਊਲ ਦੀ ਆ ਜਾਏਗੀ, ਦੈਨ ਸੋ ਔਨ ਟੂ n ਨੰਬਰ ਆਫ ਮੋਲੀਕਿਊਲਸ ਦੀ ਆਪਾਂ ਫੋਰਸ ਐਡ ਕਰ ਲਾਂਗੇ ਤੇ ਸਾਡੇ ਕੋਲ ਟੋਟਲ ਫੋਰਸ ਨਿਕਲ ਕੇ ਆ ਜਾਏਗੀ, ਜਿਹਦੇ ਵਿੱਚ ਆਪਾਂ m/d ਨੂੰ ਕਾਮਨ ਕੱਢ ਲਾਂਗੇ ਤੇ ਅੰਦਰ ਸਾਡੇ ਕੋਲ ਸਮ ਆਫ ਵੈਲੋਸਿਟੀਜ਼ ਦਾ ਸਕੁਆਇਰ ਆ ਜਾਏਗਾ। ਦਿਸ ਇਜ਼ ਅ ਸਕੁਆਇਰ ਆਫ ਦ ਸਮ ਆਫ ਵੈਲੋਸਿਟੀਜ਼। ਇਸ ਤੋਂ ਬਾਅਦ ਆਪਾਂ ਕੀ ਇੰਟਰੋਡਿਊਸ ਕਰਾਂਗੇ, ਵੀ ਵਿਲ ਗੋਇੰਗ ਟੂ ਇੰਟਰੋਡਿਊਸ ਦ ਮੀਨ ਵੈਲਿਊ ਆਫ ਸਕੁਆਇਰ ਆਫ ਦ ਵੈਲੋਸਿਟੀਜ਼। ਮੀਨ ਵੈਲਿਊ ਆਫ ਦ ਸਕੁਆਇਰ ਆਫ ਦ ਵੈਲੋਸਿਟੀਜ਼ ਨੂੰ ਆਪਾਂ ਇੰਟਰੋਡਿਊਸ ਕਰਾਂਗੇ, ਜਿਹਦਾ ਫਾਰਮੂਲਾ ਇਹ ਵਾਲਾ ਹੈਗਾ ਕਿ vx² that is equal to vx1 the square plus vx2 square then so on to vxn square divided by n। ਤੁਸੀਂ n ਨੂੰ ਅਗਰ ਇੱਧਰ ਮਲਟੀਪਲਾਈ ਕਰ ਦੋਗੇ ਤਾਂ ਤੁਹਾਡੇ ਕੋਲ ਇਹਦੀ ਵੈਲਿਊ ਆ ਜਾਏਗੀ, ਜੋ ਸਾਡੇ ਫੋਰਸ ਦੇ ਫਾਰਮੂਲੇ ਦੇ ਵਿੱਚ ਸਮ ਹੈਗਾ ਉਹਦੀ ਵੈਲਿਊ ਆ ਜਾਏਗੀ nvx²। ਸੋ ਇਹਨੂੰ ਉਠਾ ਕੇ ਆਪਾਂ ਫੋਰਸ ਵਾਲੇ ਫਾਰਮੂਲੇ 'ਚ ਪੁੱਟ ਕਰ ਦਾਂਗੇ ਤੇ ਸਾਡੇ ਕੋਲ ਇਹ ਫਾਰਮੂਲਾ ਬਣ ਜਾਏਗਾ ਕਿ F ਜੋ ਕਿ ਫੋਰਸ ਹੈ ਇਨ ਦ x ਡਾਇਰੈਕਸ਼ਨ ਦੈਟ ਇਜ਼ ਇਕੁਅਲ ਟੂ m/d nvx²। ਹੁਣ ਆਪਾਂ ਕਹਿੰਦੇ ਹਾਂ ਕਿ ਜਿਹੜਾ ਮੈਗਨੀਟਿਊਡ ਹੁੰਦਾ ਹੈ ਫੋਰਸ ਦਾ ਦੈਟ ਇਜ਼ ਇਕੁਅਲ ਟੂ ਦ ਸਮ ਆਫ ਦ ਵੈਲੋਸਿਟੀਜ਼, sum of the square of the velocities in the three directions which is vx² plus vy² plus vz² that is equal to v²। ਤੇ ਇਹਦਾ ਮਤਲਬ ਇਹਦਾ ਜਿਹੜਾ ਐਵਰੇਜ ਹੋਏਗਾ, ਐਵਰੇਜ ਸਮ ਆਫ ਦ ਵੈਲੋਸਿਟੀਜ਼, square of the velocities that is equal to this thing। अगर ये चीज़ है, since the velocities of the molecules in the ideal gas they are in the random motion, so कोई भी डायरेक्शन ਨੂੰ preference नहीं देवांगे, ਇਹਦਾ ਮਤਲਬ ਆਪਾਂ ਸਾਰੀ डायरेक्शन ਨੂੰ equal ਰੱਖਾਂਗੇ। so vx² that is equal to vy² that is equal to vz²। अगर तीनों velocity same है, so ਇਹਦਾ ਮਤਲਬ ਜਿਹੜੀ total magnitude of the velocity ਹੋਏਗਾ that will be the 3 times of the velocities in x direction ਹੋ ਜਾਏਗੀ। ਉਸ ਤੋਂ ਬਾਅਦ ਕੀ ਹੋਏਗਾ, ਆਪਾਂ vx² ਦੀ ਵੈਲਿਊ ਕੱਢ ਲਾਵਾਂਗੇ ਵਿਚ ਇਜ਼ ਇਕੁਅਲ ਟੂ v² ਓਵਰ 3। ਸੋ ਆਪਣੇ ਕੋਲ ਜਿਹੜਾ ਫਾਰਮੂਲਾ ਸੀਗਾ ਉਹ ਇਹ ਬਣਿਆ ਸੀਗਾ ਕਿ m/d nvx²। ਆਪਾਂ vx² ਦੀ ਇੱਥੇ ਵੈਲਿਊ ਪੁੱਟ ਕਰ ਸਕਦੇ ਹਾਂ ਵਿਚ ਇਜ਼ ਦਿਸ ਵਨ v²/3। 3 ਨੂੰ ਤੁਸੀਂ ਬਾਹਰ ਕੱਢ ਲਓ, ਤੁਹਾਡੇ ਕੋਲ ਫੋਰਸ ਦੀ ਵੈਲਿਊ ਬਣ ਜਾਏਗੀ n/3 mv² ਓਵਰ d। v² ਕੀ ਹੈ, ਦੈਟ ਇਜ਼ ਦ ਮੀਨ ਸਕੁਆਇਰ ਵੈਲੋਸਿਟੀ ਆਫ ਦ ਮੋਲੀਕਿਊਲ। ਆਪਣੇ ਕੋਲ ਹੁਣ ਫੋਰਸ ਆ ਗਈ ਹੈ, ਇਸ ਤੋਂ ਬਾਅਦ ਆਪਾਂ ਪ੍ਰੈਸ਼ਰ ਕੱਢ ਸਕਦੇ ਹਾਂ, ਬਿਕੋਜ਼ ਪ੍ਰੈਸ਼ਰ ਜਿਹੜਾ ਹੁੰਦਾ ਦੈਟ ਇਜ਼ ਫੋਰਸ ਡਿਵਾਈਡਡ ਬਾਈ ਏਰੀਆ। ਹੁਣ ਏਰੀਆ ਆਪਾਂ ਨੂੰ ਪਤਾ ਹੀ ਹੈ ਕਿ ਏਰੀਆ ਹੁੰਦਾ ਹੈ ਸਾਈਡ ਸਕੁਆਇਰ ਦੇ ਬਰਾਬਰ, ਇਹਦਾ ਮਤਲਬ ਏਰੀਆ ਦੈਟ ਇਜ਼ ਇਕੁਅਲ ਟੂ d²।
ਏਰੀਆ ਅਗਰ ਡੀ ਸਕੁਆਇਰ ਦੇ ਬਰਾਬਰ ਹੈ ਫਿਰ ਆਪਾਂ ਵੈਲਿਊ ਕੱਢ ਲਾਂਗੇ ਐਫ ਡਿਵਾਈਡਡ ਬਾਈ ਏ। ਹੁਣ ਐਫ ਦੀ ਵੈਲਿਊ ਆਪਾਂ ਪਿੱਛੇ ਏ ਵਾਲੀ ਕੱਢੀ ਹੈਗੀ ਹੈ, ਇੱਥੇ ਆਪਾਂ ਆਪਣੀ ਵੈਲਿਊ ਰੱਖਾਂਗੇ ਡੀ ਸਕੁਆਇਰ, ਡੀ ਦੇ ਨਾਲ ਮਲਟੀਪਲਾਈ ਹੋ ਕੇ ਕਿਊਬ ਬਣ ਜਾਏਗਾ। ਇਹ ਅਗਰ ਕਿਊਬ ਬਣ ਗਿਆ, ਸਾਈਡ ਦਾ ਕਿਊਬ ਮਤਲਬ ਵੋਲਿਊਮ ਹੁੰਦਾ, ਸੋ ਡੀ ਕਿਊਬ ਦੀ ਜਗ੍ਹਾ ਆਪਾਂ ਵੋਲਿਊਮ ਲਿਖ ਸਕਦੇ ਹਾਂ। ਹੁਣ ਆਪਣੇ ਕੋਲ ਫਾਰਮੂਲਾ ਜਿਹੜਾ ਬਣ ਰਿਹਾ ਹੈਗਾ ਦੈਟ ਇਜ਼ ਪੀ ਵੀ, ਵੀ ਨੂੰ ਆਪਾਂ ਉਧਰ ਮਲਟੀਪਲਾਈ ਕਰਕੇ PV equals to 1/3 mn v square. mn ਕੀ ਹੈ? that is the mass of an ideal gas in the container. Next ਆਪਾਂ density introduce ਕਰਾਵਾਂਗੇ ਕਿ density ਜੋ ਕਿ ਹੁੰਦੀ ਹੈ rho which is equal to mn by v. m is the mass which is mn is the complete mass of the gas in the container divided by volume. ਤੇ ਆਪਾਂ ਪਿੱਛੇ ਜਿਹੜੀ ਵੈਲਿਊ ਹੈਗੀ ਹੈ mn by v ਦੀ ਜਗ੍ਹਾ ਡੈਂਸਿਟੀ ਪੁੱਟ ਕਰ ਦਾਂਗੇ। ਸੋ ਆਪਣੇ ਕੋਲ ਜਿਹੜਾ ਪ੍ਰੈਸ਼ਰ ਹੋਏਗਾ ਦੈਟ ਇਜ਼ ਇਕੁਅਲ ਟੂ 1/3 ਰੋ v ਸਕੁਆਇਰ ਦੇ ਬਰਾਬਰ ਹੋ ਜਾਏਗਾ। p ਪ੍ਰੈਸ਼ਰ ਹੋ ਜਾਂਦਾ ਵਾ, ਰੋ ਡੈਂਸਿਟੀ ਹੋ ਜਾਂਦੀ ਹੈ, ਤੇ v ਸਕੁਆਇਰ ਦੈਟ ਇਜ਼ ਦ ਮੀਨ ਸਕੁਆਇਰ ਵੈਲੋਸਿਟੀ ਆਫ ਦ ਗੈਸ ਮੋਲੀਕਿਊਲਸ। ਰੂਟ ਮੀਨ ਸਕੁਆਇਰ ਵੈਲੋਸਿਟੀ, ਹੁਣ ਰੂਟ ਮੀਨ ਸਕੁਆਇਰ ਵੈਲੋਸਿਟੀ ਕੀ ਹੁੰਦੀ ਹੈ? ਦੈਟ ਇਜ਼ ਇਕੁਅਲ ਟੂ ਰੂਟ ਆਫ ਦ ਮੀਨ ਸਕੁਆਇਰ ਵੈਲੋਸਿਟੀ ਆਫ ਦ ਗੈਸ ਮੋਲੀਕਿਊਲਸ, ਉਹ ਇਸ ਦੇ ਬਰਾਬਰ ਹੁੰਦੀ ਹੈ। ਬੋਲਜ਼ਮੈਨ ਇਕੁਏਸ਼ਨ ਤਾਂ ਆਪਾਂ ਨੂੰ ਪਤਾ ਹੀ ਹੈ ਦੈਟ ਇਜ਼ ਪੀ ਵੀ ਇਕੁਅਲਸ ਟੂ ਐਨ ਕੇ ਟੀ, ਪੀ ਵੀ ਇਕੁਅਲਸ ਟੂ ਐਨ ਕੇ ਟੀ। ਹੁਣ ਜਿੱਥੇ ਆਪਾਂ ਪਿੱਛੇ ਆਪਣੀ ਪੀ ਵੀ ਦੀ ਵੈਲਿਊ ਕੱਢੀ ਸੀਗੀ, ਆਪਾਂ ਪੀ ਵੀ ਦੀ ਜਗ੍ਹਾ ਐਨ ਕੇ ਟੀ ਲਿਖ ਸਕਦੇ ਹਾਂ, ਤੇ ਐਨ ਕੇ ਟੀ ਕਿਸ ਦੇ ਬਰਾਬਰ ਆ ਜਾਏਗਾ? ਇਸ ਦੇ ਬਰਾਬਰ ਆ ਜਾਏਗਾ 1/3 ਐਨ ਐਮ ਵੀ ਸਕੁਆਇਰ ਦੇ ਬਰਾਬਰ। n ਦੇ ਨਾਲ n ਕੈਂਸਲ ਹੋ ਜਾਏਗਾ, 3 ਨੂੰ ਤੁਸੀਂ ਉਸ ਸਾਈਡ ਮਲਟੀਪਲਾਈ ਕਰਾ ਦੋਗੇ ਤੇ ਤੁਹਾਡੇ ਕੋਲ v ਸਕੁਆਇਰ ਦੀ ਵੈਲਿਊ ਆ ਜਾਏਗੀ 3 kT/m ਦੇ ਬਰਾਬਰ ਆ ਜਾਏਗੀ। ਇਸ ਤੋਂ ਬਾਅਦ ਆਪਾਂ ਰੂਟ ਮੀਨ ਸਕੁਆਇਰ ਵੈਲੋਸਿਟੀ ਬਹੁਤ ਆਰਾਮ ਨਾਲ ਕੱਢ ਸਕਦੇ ਹਾਂ ਸਿੰਪਲੀ ਇਸ ਫਾਰਮੂਲੇ ਦਾ ਰੂਟ ਕਰਕੇ। ਤੁਹਾਡੇ ਸਾਹਮਣੇ ਹੀ ਹੈ ਕਿ ਰੂਟ ਮੀਨ ਸਕੁਆਇਰ ਵੈਲੋਸਿਟੀ ਆ ਜਾਏਗੀ ਰੂਟ ਆਫ 3 kT/m ਦੇ ਬਰਾਬਰ ਆ ਜਾਏਗੀ ਵਿਚ ਇਜ਼ ਦ ਰੂਟ ਮੀਨ ਸਕੁਆਇਰ ਵੈਲੋਸਿਟੀ। ਜਾਂ ਫਿਰ ਅਗਰ ਆਪਾਂ ਯੂਨੀਵਰਸਲ ਗੈਸ ਕਾਂਸਟੈਂਟ ਦੀ ਟਰਮਸ 'ਚ ਲਿਖਣਾ ਹੋਵੇ ਤੇ ਸਾਡੇ ਕੋਲ ਫਾਰਮੂਲਾ ਆਏਗਾ ਰੂਟ ਆਫ 3RT/m। VRMS ਆ ਜਾਂਦੀ ਹੈ ਰੂਟ ਮੀਨ ਸਕੁਆਇਰ ਵੈਲੋਸਿਟੀ, m ਮਾਸ ਆਫ ਦ ਮੋਲੀਕੂਲ ਜੋ ਆਪਾਂ ਇੱਥੇ ਲਿਖਿਆ ਹੋਇਆ ਹੈ, ਤੇ ਕੈਪੀਟਲ M ਹੁੰਦਾ ਮੋਲਰ ਮਾਸ ਆਫ ਦ ਗੈਸ, ਐਂਡ T ਇਜ਼ ਦ ਐਬਸੋਲਿਊਟ ਟੈਂਪਰੇਚਰ। ਅਗਰ ਡੈਂਸਿਟੀ ਦੀ ਟਰਮਸ 'ਚ ਲਿਖਣਾ ਹੋਵੇ ਫਿਰ ਪ੍ਰੈਸ਼ਰ ਦਾ ਜਿਹੜਾ ਰਿਲੇਸ਼ਨ ਆਪਾਂ ਫਾਈਂਡ ਕੀਤਾ ਸੀ 1/3 ਰੋ v ਸਕੁਆਇਰ, ਇੱਥੋਂ ਆਪਾਂ v ਸਕੁਆਇਰ ਦੀ ਸਿੰਪਲੀ ਵੈਲਿਊ ਕੱਢ ਲਾਂਗੇ ਤੇ ਉਸ ਤੋਂ ਬਾਅਦ ਉਹਦਾ ਰੂਟ ਕਰ ਦਾਂਗੇ ਤੇ ਸਾਡੇ ਕੋਲ ਰੂਟ ਮੀਨ ਸਕੁਆਇਰ ਵੈਲੋਸਿਟੀ ਦੀ ਵੈਲਿਊ ਇਹ ਵਾਲੀ ਆ ਜਾਏਗੀ ਰੂਟ ਆਫ 3p/rho। p is the pressure, rho is the density, and in this we will calculate the value of root mean square velocity in terms of density also. ਸੋ ਇੱਥੇ ਆਪਣਾ ਇਹ ਟੌਪਿਕ ਖਤਮ ਹੁੰਦਾ ਹੈ ਜਿਹਦੇ ਵਿੱਚ ਆਪਾਂ ਪ੍ਰੈਸ਼ਰ ਦੀ ਵੈਲਿਊ ਫਾਈਂਡ ਕੀਤੀ ਹੈ ਤੇ ਰੂਟ ਮੀਨ ਸਕੁਆਇਰ ਵੈਲੋਸਿਟੀ ਦੀ ਵੈਲਿਊ ਫਾਈਂਡ ਕੀਤੀ ਹੈ। ਇਹ ਡੈਰੀਵੇਸ਼ਨ ਇੱਥੇ ਐਂਡ ਹੁੰਦੀ ਹੈ। ਥੈਂਕ ਯੂ ਸੋ ਮਚ।